ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਦਿਨ 4 ਜੁਲਾਈ ਦਾ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅੱਜ ਮਿਤੀ 4 ਜੁਲਾਈ ਨੂੰ ਹਮਲਾ ਕੀਤਾ ਗਿਆ ਸੀ 1955 ਦੇ ਵਿੱਚ। ਸੋ ਅੱਜ ਅਸੀਂ ਇਸ ਸੰਬੰਧੀ ਵਿਚਾਰ ਕਰਨ ਦੇ ਲਈ ਇਕੱਠੇ ਹੋਏ ਹਾਂ। ਮੇਰੇ ਨਾਲ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਗਰੇਵਾਲ ਐਡਵੋਕੇਟ ਤੇ ਸਕੱਤਰ ਜਤਿੰਦਰ ਸਿੰਘ ਸੰਧੂ। ਤੇ ਹੁਣ ਅਸੀਂ ਮਹਿੰਦਰ ਸਿੰਘ ਗਰੇਵਾਲ ਹੋਰਾਂ ਨੂੰ ਪੁੱਛਾਂਗੇ, ਉਹਨਾਂ ਤੋਂ ਜਾਣਾਂਗੇ ਕਿ 4 ਜੁਲਾਈ ਦਾ ਜਿਹੜਾ ਇਹ ਹਮਲਾ ਸੀ 1955 ਦਾ, ਉਹ ਕਿਵੇਂ ਦਾ ਹਮਲਾ ਸੀ? ਜਿਹੜਾ ਇਹ 1955 4 ਜੁਲਾਈ ਨੂੰ ਹਮਲਾ ਹੋਇਆ, ਇਹ ਕੋਈ ਇੰਨਾ ਛੋਟਾ ਹਮਲਾ ਨਹੀਂ ਸੀਗਾ ਜਿਵੇਂ ਕਿ ਇਤਿਹਾਸ ਦੇ ਵਿੱਚ ਲੋਕਾਂ ਨੂੰ ਇਹਦਾ ਪਤਾ ਹੀ ਨਹੀਂ ਹੈ। ਕਾਫੀ ਵੱਡਾ ਹਮਲਾ ਸੀ। ਇਸ ਦੌਰਾਨ 200 ਦੇ ਕਰੀਬ ਸਿੱਖ ਜਿਹੜੇ ਆ ਉਹ ਸ਼ਹੀਦ ਹੋਏ ਸੀ ਤੇ 3000 ਤੋਂ ਵੱਧ ਗ੍ਰਿਫਤਾਰ ਕੀਤੇ ਗਏ ਸੀ। 4 ਜੁਲਾਈ ਤੋਂ 2-3 ਦਿਨ ਪਹਿਲਾਂ ਹੀ ਪੂਰਾ ਜਿਹੜਾ ਹਰਿਮੰਦਰ ਸਾਹਿਬ ਕੰਪਲੈਕਸ ਹੈ ਉਹਨੂੰ ਸਾਰੇ ਪਾਸਿਓਂ ਘੇਰਾਬੰਦੀ ਕਰਕੇ ਤੇ ਉਹਦੇ ਆਸੇ-ਪਾਸੇ ਦੀ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਵਿੱਚ ਵੀ ਘੇਰਾਬੰਦੀ ਕਰ ਲਈ ਸੀਗੀ ਪੁਲਿਸ ਨੇ। ਤੇ 4 ਤਰੀਕ ਨੂੰ ਸਵੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਹੈ ਉਹਨੇ ਹਮਲਾ ਕਰਤਾ ਸੀਗਾ ਦਰਬਾਰ ਸਾਹਿਬ ਕੰਪਲੈਕਸ ਤੇ ਜਿਹੜੀ ਅੰਦਰਲੀ ਸੜਕ ਹੈ, ਜਿਹੜੀ ਆਪਣੇ ਲੰਗਰ ਹਾਲ ਦੇ ਨਾਲ ਬਾਹਰਲੇ ਪਾਸੇ ਸੜਕ ਹੈ, ਉਹਦੇ ਉੱਤੇ ਫੌਜ ਦੀਆਂ ਗੱਡੀਆਂ ਵੀ ਦੇਖੀਆਂ ਗਈਆਂ ਸੀ। ਤੇ ਪੁਲਿਸ ਨੇ ਪਹਿਲਾਂ ਤਾਂ ਜਿਹੜੇ ਆਪਣੇ ਰੈਸਟ ਹਾਊਸਿਸ ਨੇ, ਲੰਗਰ ਘਰ ਹੈ ਤੇ ਮੰਜੀ ਸਾਹਿਬ ਹਾਲ ਹੈ, ਉਹਨਾਂ ਦੀ ਸਾਰਿਆਂ ਦੀ ਤਲਾਸ਼ੀ ਲਈ। ਉੱਥੇ ਜਿੰਨੇ ਵੀ ਬੰਦੇ ਸੀਗੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ, ਟੀਅਰ ਗੈਸ ਸ਼ੈੱਲ ਚਲਾਏ ਅਣਗਿਣਤ, ਤੇ ਕੁੱਟ ਮਾਰਨ ਤੋਂ ਬਾਅਦ ਅਰੈਸਟ ਕੀਤਾ, ਗੋਲੀਆਂ ਵੀ ਚੱਲੀਆਂ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਹੈ ਉਹ ਜੁੱਤੀਆਂ ਸਮੇਤ, ਵਰਦੀਆਂ ਸਮੇਤ ਪ੍ਰਕਰਮਾਂ 'ਚ ਵੀ ਐਂਟਰ ਕਰ ਗਈ ਕਾਫੀ ਭਾਰੀ ਗਿਣਤੀ ਵਿੱਚ। ਤੇ ਉੱਥੇ ਫਿਰ ਹਰਿਮੰਦਰ ਸਾਹਿਬ ਦੇ ਉੱਪਰ ਵੀ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਤੇ ਹੋਰ ਵੀ ਕਈ ਪਾਸੇ ਗੋਲੀਆਂ ਵੀ ਚਲਾਈਆਂ ਗਈਆਂ। ਤੇ ਅੰਦਰੋਂ ਜਾ ਕੇ ਫਿਰ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੇ ਬਾਹਰ ਗਿਆਨੀ ਅਛਰ ਸਿੰਘ, ਜੋ ਉਸ ਵਕਤ ਦਰਬਾਰ ਸਾਹਿਬ ਦੇ ਵੀ ਹੈੱਡ ਗ੍ਰੰਥੀ ਸੀ ਤੇ ਕੁਝ ਚਿਰ ਪਹਿਲਾਂ ਉਹਨਾਂ ਨੂੰ ਐਡੀਸ਼ਨਲ ਚਾਰਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਦਿੱਤਾ ਹੋਇਆ ਸੀ, ਉਹਨਾਂ ਨੂੰ ਉਹਨਾਂ ਦੇ ਸਾਥੀਆਂ ਸਮੇਤ ਉੱਥੋਂ ਗ੍ਰਿਫਤਾਰ ਕਰ ਲਿਆ ਸੀ। ਤੇ ਇਹ ਜੋ ਕਬਜ਼ਾ ਹੈ ਇਹ 9 ਜੁਲਾਈ ਤੱਕ ਉਸੇ ਤਰ੍ਹਾਂ ਪੁਲਿਸ ਨੇ ਆਪਣੇ ਕਬਜ਼ਾ ਬਣਾਈ ਰੱਖਿਆ ਸੀ। ਤੇ ਇਹ ਜਿਹੜਾ ਸੀਗਾ ਅਟੈਕ, ਇਹਦੇ ਵਿੱਚ ਜੋ ਉਸ ਵਕਤ ਦੇ DIG ਜਲੰਧਰ ਸੀ ਅਸ਼ਵਨੀ ਕੁਮਾਰ, ਜਿਹੜੇ ਬਾਅਦ 'ਚ IG ਵੀ ਬਣੇ ਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਪੰਜਾਬੀ ਸੂਬੇ ਦੀ ਜੋ ਮੂਵਮੈਂਟ ਹੈ ਉਹਨੂੰ ਬਿਲਕੁਲ 5 ਦਿਨਾਂ ਦੇ ਵਿੱਚ ਖਤਮ ਕਰ ਦੂੰਗਾ। ਪਰ ਇਹ ਖਤਮ ਕਰਨ ਦੇ ਥਾਂ 'ਤੇ ਉਲਟਾ ਇਹਦਾ ਅਸਰ ਹੋਇਆ ਸੀ ਕਿ ਇਹ ਮੂਵਮੈਂਟ ਹੋਰ ਤੇਜ਼ ਹੋ ਗਈ ਸੀ। ਤੇ ਅਖੀਰ ਜੋ ਪੰਜਾਬ ਦੇ CM ਨੇ, ਉਸ ਵਕਤ ਦੇ CM ਸੀ ਭੀਮ ਸੈਨ ਸੱਚਰ, ਉਹਨਾਂ ਨੂੰ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਵੀ ਮੰਗਣੀ ਪਈ ਸੀ। ਇਹ ਮਤਲਬ ਜਿਹੜਾ ਹਮਲਾ ਸੀਗਾ ਇਹ ਇੰਨੇ ਵੱਡੇ ਪੱਧਰ ਦੇ ਉੱਤੇ ਸੀਗਾ ਤੇ ਇਸ ਚੀਜ਼ ਦਾ ਮਤਲਬ ਮੈਨੂੰ ਲੱਗਦਾ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਤੇ ਸੰਧੂ ਸਾਹਿਬ, ਹੁਣ ਮੈਂ ਤੁਹਾਡੇ ਤੋਂ ਇਹਦੇ ਬਾਰੇ ਪੁੱਛਣਾ ਚਾਹੂੰਗੀ ਕਿ ਇਹ ਹਮਲੇ ਦੇ ਕਾਰਨ ਕੀ ਸੀ, ਕਿਉਂ ਇਹ ਇਸ ਲੈਵਲ ਤੱਕ ਹੋਇਆ? 47 ਦੀ ਵੰਡ ਦਾ ਪਹਿਲਾਂ ਸਿੱਖਾਂ ਨੇ ਸੰਤਾਪ ਹੋ ਗਿਆ ਕਿਉਂਕਿ ਉਹਦੇ ਵਿੱਚ ਵੰਡ ਤੋਂ ਉੱਜੜ ਕੇ ਆਏ ਤੇ ਜਿਹੜੀ ਇਹਦੀ ਸਟਰਗਲ ਸੀ 47 ਦੀ, ਉਹਦੇ ਵਿੱਚ ਸਿੱਖਾਂ ਦਾ ਇੱਕ ਪਾਸੜ ਬਹੁਤ ਵੱਧ ਚੜ੍ਹ ਕੇ ਪਾਇਆ ਹੋਇਆ ਰੋਲ। ਉਹਨਾਂ ਦੀਆਂ ਐਸਪੀਰੇਸ਼ਨ ਦੇ ਬਹੁਤ ਸੀਗੀਆਂ ਨਵੇਂ ਸਾਮਰਾਜ ਤੋਂ, ਪਰ ਹੋਣਾ ਇਸ ਤੋਂ ਉਲਟ ਸ਼ੁਰੂ ਹੋ ਗਿਆ ਕਿਉਂਕਿ ਕਨਸਟੀਟਿਊਸ਼ਨ ਫਰੇਮ ਹੋਇਆ, ਉਹਦੇ ਵਿੱਚ ਇਹਨਾਂ ਨੂੰ ਵੱਖਰੀ ਕੌਮ ਮੰਨਣੋਂ ਇਨਕਾਰੀ ਹੋ ਗਏ। ਉਸ ਤੋਂ ਕਨਸਟੀਟਿਊਐਂਟ ਕਮੇਟੀ ਦੇ ਵਿੱਚੋਂ ਸਿੱਖਾਂ ਦੇ ਮੈਂਬਰਾਂ ਨੂੰ ਵਾਕਆਊਟ ਕਰਨਾ ਪਿਆ ਔਰ ਇੱਥੋਂ ਤੱਕ ਕਿ ਜਦੋਂ ਸਿੱਖ ਲੀਡਰਸ਼ਿਪ ਪ੍ਰਾਈਮ ਮਿਨਿਸਟਰ ਜਾਂ ਹਾਈ ਲੀਡਰਸ਼ਿਪ ਕੋਲ ਜਾਂਦੀ ਸੀ, ਉਹ ਇਹਨਾਂ ਦਾ ਮਖੌਲ ਉਡਾਉਣ ਲੱਗ ਪਏ। ਇਹਦੇ ਤੋਂ ਉਹ ਆਪਣੇ ਆਪ ਨੂੰ ਠੱਗਿਆ ਤੇ ਲੁੱਟਿਆ ਮਹਿਸੂਸ ਕਰਨ ਲੱਗ ਪਏ। ਤੇ ਜਦੋਂ 1948 ਦੇ ਵਿੱਚ ਸਟੇਟਾਂ ਦੀ ਰੀਆਰਗੇਨਾਈਜੇਸ਼ਨ ਭਾਸ਼ਾ ਦੇ ਆਧਾਰ 'ਤੇ ਸ਼ੁਰੂ ਹੋਈ, ਉਸ ਲਿਸਟ ਦੇ ਵਿੱਚੋਂ ਇਹਨਾਂ ਦਾ ਪੰਜਾਬ ਦਾ ਨਾਮ ਮਾਈਨਸ ਸੀ। ਉਹਦੇ ਤੋਂ ਫਿਰ ਇਹ ਜਿਹੜੀ ਸਿੱਖ ਲੀਡਰਸ਼ਿਪ ਹੋਰ ਬੁਖਲਾ ਗਈ ਤੇ ਇਹਨਾਂ ਨੇ ਆਪਣੀ ਪੰਜਾਬੀ ਸੂਬੇ ਦੀ ਮੰਗ ਰੱਖਣੀ ਸ਼ੁਰੂ ਕਰ ਦਿੱਤੀ। ਤੇ ਇਸ ਤੋਂ ਬਾਅਦ ਇਹ ਜਿਹੜਾ ਹੈਗਾ ਫਰਵਰੀ 1949 ਨੂੰ ਮਾਸਟਰ ਤਾਰਾ ਸਿੰਘ ਗ੍ਰਿਫਤਾਰ ਹੋ ਜਾਂਦੇ ਆ। ਉਸੇ ਸਾਲ ਦੇ ਅੰਤ 'ਚ ਜਿਹੜਾ ਕਾਂਗਰਸ ਦਾ ਸੈਸ਼ਨ ਹੁੰਦਾ ਉਹਦੇ 'ਚ ਉਹ ਆਊਟਰਾਈਟਲੀ ਪੰਜਾਬ ਸੂਬੇ ਦੀ ਮੰਗ ਨੂੰ
ਰਿਜੈਕਟ ਕਰ ਦਿੰਦੇ ਆ ਤੇ ਮਤਾ ਪਾ ਕੇ ਉਹਨੂੰ ਇਹ ਜਿਹੜਾ ਹੈਗਾ ਇਨਕਾਰੀ ਹੋ ਜਾਂਦੇ ਆ। ਤੇ ਇਸ ਤਰ੍ਹਾਂ ਜਦੋਂ ਸਰਕਾਰ ਜਿਹੜੀ ਹੈ ਉਹਦੀ ਜਿਹੜੀ ਸੋਚਣੀ ਬਿਲਕੁਲ ਉਲਟ ਕੰਮ ਕਰਨ ਲੱਗ ਪਈ ਔਰ ਉਹਨਾਂ ਨੇ ਕੀ ਕੀਤਾ, ਪੰਜਾਬ ਦੇ ਵਿੱਚ ਇੱਕ ਫਿਰਕੂ ਵੰਡ ਖੜੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਕਿ 1951 'ਚ ਆਰੀਆ ਸਮਾਜੀ ਤੇ ਹੋਰ ਜਥੇਬੰਦੀਆਂ ਨੂੰ ਉਕਸਾ ਕੇ ਇਹਨਾਂ ਨੇ ਆਪਣੀ ਮਾਂ ਬੋਲੀ ਤੋਂ ਹੀ ਉਹਨਾਂ ਨੂੰ ਮੁਨਕਰ ਕਰਵਾਉਣਾ ਸ਼ੁਰੂ ਕਰ ਦਿੱਤਾ। ਤੇ ਇੱਥੋਂ ਤੱਕ ਇਹ ਹਾਲਤ ਆ ਗਈ ਕਿ ਮਰਦਮਸ਼ੁਮਾਰੀ ਦੇ ਵਿੱਚ ਇਹ ਪ੍ਰਚਾਰਿਆ ਗਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਹੀ ਨਹੀਂ, ਜਦੋਂ ਕਿ ਉਹ ਸੌਂਦੇ ਜਾਗਦੇ ਸੁਪਨੇ ਵੀ ਪੰਜਾਬੀ 'ਚ ਲੈਂਦੇ ਸੀ। ਤੇ ਪਰ ਉਹ ਮੁਨਕਰ ਹੋ ਕੇ ਉਹਨਾਂ ਨੇ ਪੰਜਾਬ ਦੇ ਹੱਕਾਂ ਤੋਂ ਮੁਨਕਰ ਹੋਏ। ਉਹਨਾਂ ਨੂੰ ਪੰਜਾਬ ਦੇ ਹੱਕ ਨਹੀਂ, ਸਿੱਖਾਂ ਦੇ ਹੱਕ ਸਮਝ ਕੇ, ਚਾਹੇ ਉਹ ਪਾਣੀਆਂ ਦੇ ਸੀ ਚਾਹੇ ਟੈਰੀਟਰੀ ਦੇ ਸੀਗੇ, ਉਹਨਾਂ ਤੋਂ ਇਹ ਮੁਨਕਰ ਹੋ ਕੇ ਇਹ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇਹ ਮੂਵਮੈਂਟ ਜਿਹੜੀ ਹੈਗੀ ਆ ਫਿਰਕੂ ਦੰਗਿਆਂ 'ਚ ਵੀ ਹੋਰ ਜਿਹੜੀਆਂ ਐਜੀਟੇਸ਼ਨਸ ਦੇ ਵਿੱਚ ਰੂਪ ਧਾਰਨ ਕਰਦੀ ਗਈ ਤੇ ਅਖੀਰ ਤੇ 1953 ਦੇ ਵਿੱਚ ਜਿਹੜਾ ਇਹਨਾਂ ਦਾ ਕਮਿਸ਼ਨ ਬਣਦਾ, ਉਦੋਂ ਫਿਰ ਅਕਾਲੀਆਂ ਨੇ ਇਹ ਪੰਜਾਬੀ ਸੂਬੇ ਦੀ ਮੰਗ ਬੜੇ ਜ਼ੋਰ ਸ਼ੋਰ ਨਾਲ ਰੱਖੀ ਤੇ ਉਹਦਾ ਰਿਜ਼ਲਟ ਇਹ ਹੋਇਆ ਕਿ 6 ਅਪ੍ਰੈਲ ਨੂੰ ਜੋ ਆਪਣੇ ਚੀਫ ਮਿਨਿਸਟਰ ਦੇ ਆਰਡਰਾਂ ਤੇ ਡੀਸੀ ਨੇ ਹੁਕਮ ਜਾਰੀ ਕੀਤੇ ਕਿ ਇਹ ਜਿਹੜਾ ਪੰਜਾਬੀ ਸੂਬਾ ਜਿੰਦਾਬਾਦ ਵੀ ਤੁਹਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ, ਨਹੀਂ ਤਾਂ ਅਸੀਂ ਤੁਹਾਡੇ ਨਾਲ ਸਖਤੀ ਨਾਲ ਪੇਸ਼ ਆਵਾਂਗਾ। ਇਹਦੇ ਤੋਂ ਜਿਹੜੀ ਅਕਾਲੀ ਲੀਡਰਸ਼ਿਪ ਹੈ, ਸਿੱਖ ਜਮਾਤ ਹੈ, ਉਹ ਬੜੀ ਇਹਦੇ ਤੰਗੀ ਦੇ ਵਿੱਚ ਆ ਗਈ ਤੇ 26 ਅਪ੍ਰੈਲ ਨੂੰ ਅਕਾਲੀਆਂ ਨੇ ਇੱਕ ਅਲਟੀਮੇਟਮ ਜਾਰੀ ਕਰਤਾ ਸਰਕਾਰ ਨੂੰ ਕਿ ਜਾਂ ਤਾਂ ਇਹ ਇੱਕਦਮ ਵਾਪਸ ਲਓ, ਨਹੀਂ ਤਾਂ ਅਸੀਂ ਐਜੀਟੇਸ਼ਨ ਕਰਾਂਗੇ। ਇਹੀ ਫਿਰ 15 ਦਿਨਾਂ ਬਾਅਦ 10 ਮਈ ਨੂੰ ਜਿਹੜੇ ਉਹਨਾਂ ਨੇ ਨਾਂ ਲੈਣ ਤੇ ਮਾਸਟਰ ਜੀ ਤੇ 10 ਹੋਰ ਅਕਾਲੀ ਲੀਡਰਾਂ ਨੇ ਗ੍ਰਿਫਤਾਰੀ ਦਿੱਤੀ ਤੇ ਨਾਅਰੇ ਲਾਉਂਦੇ ਹੋਏ ਪੰਜਾਬੀ ਸੂਬਾ ਜਿੰਦਾਬਾਦ ਤੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਔਰ ਇੱਕ ਮਹੀਨੇ ਦੇ ਵਿੱਚ ਕਰੀਬ 1000 ਬੰਦਾ ਗ੍ਰਿਫਤਾਰ ਹੋ ਗਿਆ, 10 ਦਿਨਾਂ ਦੇ ਵਿੱਚ ਗ੍ਰਿਫਤਾਰ ਹੋ ਗਿਆ ਤੇ ਜੂਨ ਅੰਤ ਤੱਕ ਇਹ ਜਿਹੜਾ ਹੈਗੀ ਆ ਗਿਣਤੀ 1000 ਤੱਕ ਪਹੁੰਚ ਗਈ। ਤੇ ਇਸ ਤੋਂ ਬਾਅਦ ਜੋ ਐਜੀਟੇਸ਼ਨ ਅੱਗੇ ਚੱਲਣ ਲਈ ਸੰਤ ਫਤਿਹ ਸਿੰਘ ਨੇ ਗੰਗਾਨਗਰ ਤੋਂ ਆਪਣੇ ਜਿਹੜੇ ਸਿੰਘਾਂ ਦੇ ਜਥਿਆਂ ਦੇ ਰੂਪ ਵਿੱਚ ਇੱਥੇ ਲੈ ਕੇ ਆਏ। ਇਹ ਕਰੀਬ 1 ਜਾਂ 2 ਤਰੀਕ ਦੀ ਗੱਲ ਹੈ ਤੇ 4 ਤਰੀਕ ਨੂੰ ਚੀਫ ਮਿਨਿਸਟਰ ਦੇ ਆਰਡਰਾਂ ਤੇ ਜਿਹੜਾ DIG ਅਸ਼ਵਨੀ ਕੁਮਾਰ ਨੇ ਇਹ ਜਿਹੜੀ ਹੈਗੀ ਇਹਦੀ ਵਾਗਡੋਰ ਸੰਭਾਲ ਕੇ ਪੁਲਿਸ ਔਰ ਪੈਰਾਮਿਲਟਰੀ ਫੋਰਸਿਸ ਤੇ ਹੋਰ ਫੋਰਸਿਸ ਨੂੰ ਨਾਲ ਲੈ ਕੇ ਜੋੜਿਆਂ ਸਮੇਤ ਅੰਦਰ ਦਾਖਲਾ ਕੀਤਾ ਤੇ ਉੱਥੇ ਤਲਾਸ਼ੀਆਂ, ਡੰਡਾ ਭਰਾਇਆ, ਕੁੱਟਮਾਰ ਹੋਈ, ਅੱਥੂ ਗੈਸ ਚੱਲੀ ਔਰ ਇਹਦੇ 'ਚ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਮੋਰਚਾ ਅਕਾਲੀਆਂ ਨੇ ਬਿਲਕੁਲ ਸ਼ਾਂਤਮਈ ਲਾਇਆ ਸੀ। ਇਹਨੂੰ ਹਿੰਸਾ ਵਾਲੇ ਪਾਸੇ ਲਿਜਾਣ 'ਚ ਜਿਹੜੀ ਹੈ ਸਰਕਾਰ ਨੇ ਰੋਲ ਅਦਾ ਕੀਤਾ। ਜਿਹੜੇ ਸਿੰਘ ਸਿੰਘਣੀਆਂ ਦਰਬਾਰ ਸਾਹਿਬ 'ਚ ਸ਼ਾਂਤਮਈ ਢੰਗ ਨਾਲ ਬੈਠੇ ਆਪਣਾ ਰੋਸ ਜਾਰੀ ਕਰਨ ਲਈ ਤਿਆਰੀ ਕਰ ਰਹੇ ਸੀ ਕਿ ਜਾਂ ਵੈਸੇ ਦਰਸ਼ਕ ਯਾਤਰੂ ਆਏ ਹੋਏ ਸੀ, ਉਹਨਾਂ ਤੇ ਇਹਨਾਂ ਨੇ ਕਰਕੇ ਈਵਨ ਗੋਲੀਆਂ ਚਲਾਈਆਂ। ਹਰ ਪਾਸੇ ਲਹੂ ਲੁਹਾਨ ਸਾਰਾ ਦਰਬਾਰ ਸਾਹਿਬ ਨਜ਼ਰ ਆ ਰਿਹਾ ਸੀ। ਅੱਗੇ ਜੋ ਹੈ ਇਹ ਇਤਿਹਾਸ ਹੈ ਕਿ ਉਸ ਤੋਂ ਬਾਅਦ ਜਿਹੜਾ ਹੈ ਮੂਵਮੈਂਟ ਕਿਵੇਂ ਚੱਲੀ, ਇਹ ਵੱਡਾ ਕਾਰਨ ਇਹ ਜੀ ਜੀ। ਤੇ ਗਰੇਵਾਲ ਸਾਹਿਬ, ਹੁਣ ਤੁਸੀਂ ਥੋੜਾ ਹੋਰ ਅੱਗੇ ਚਾਨਣਾ ਪਾਓ ਕਿ ਇਹ ਜਿਹੜਾ ਇਹ ਮਤਲਬ ਹਮਲਾ ਹੋਇਆ ਕਿ ਇਸ ਤੋਂ ਬਿਨਾ ਕੋਈ ਹੋਰ ਆਲਟਰਨੇਟਿਵ ਨਹੀਂ ਸੀ? ਨਹੀਂ, ਕਿਉਂ ਨਹੀਂ ਸੀ ਆਲਟਰਨੇਟ? ਮੈਂ ਤਾਂ ਸਮਝਦਾ ਹੈ ਕਿ ਜਿਹੜਾ ਇਹ ਹਮਲਾ ਹੈ ਇਹੀ ਆਲਟਰਨੇਟ ਨਹੀਂ ਸੀ, ਇਸ ਤੋਂ ਬਿਨਾਂ ਸਭ ਕੁਝ ਆਲਟਰਨੇਟ ਸੀ ਜੀ। ਕਿਉਂਕਿ ਬੜਾ ਇਹ ਸ਼ਾਂਤੀਪੂਰਵਕ ਐਜੀਟੇਸ਼ਨ ਚੱਲ ਰਹੀ ਸੀ ਤੇ ਕਿਸੇ ਕਿਸਮ ਦਾ ਕੋਈ ਵਾਇਲੈਂਸ ਨਹੀਂ ਸੀ। ਇੱਥੇ ਕਿਸੇ ਨੂੰ ਅਰੈਸਟ ਕਰਨ ਦੀ ਲੋੜ ਹੀ ਨਹੀਂ ਸੀ। ਜੇ ਅਰੈਸਟ ਕਰਨ ਦਾ ਹੀ ਪਰਪਸ ਸੀ ਤਾਂ ਉਹ ਮੂਵਮੈਂਟ ਨੂੰ ਚਲਾਉਣ ਵਾਲੇ ਬੰਦੇ ਤਾਂ ਖੁਦ ਹੀ ਅਰੈਸਟ ਦੇ ਰਹੇ ਸੀ ਜਾ ਕੇ ਜੀ। ਹੋਰ ਤਾਂ ਕੁਛ ਕਰ ਹੀ ਨਹੀਂ ਸੀ ਰਹੇ। ਇਸ ਲਈ ਅਰੈਸਟ ਦੀ ਤਾਂ ਕੋਈ ਉੱਥੇ ਆ ਕੇ ਕਰਨ ਦੀ ਲੋੜ ਨਹੀਂ ਸੀ। ਹਮਲੇ ਦੀ ਇਸ ਦੀ ਕਿਸੇ ਕਿਸਮ ਦੀ ਵੀ ਕੋਈ ਲੋੜ ਨਹੀਂ ਸੀ। ਈਵਨ ਜੇ ਅਸੀਂ ਦੂਜੇ ਪਾਸੇ ਵੀ ਦੇਖਦੇ ਹਾਂ, ਇਸ ਤੋਂ ਬਾਅਦ ਜਿਹੜਾ 1984 ਦੇ ਵਿੱਚ ਹਮਲਾ ਹੋਇਆ
ਉਹਦੇ 'ਚ ਗਿਣਦੇ ਆ ਵੀ ਉਸ ਵਕਤ ਥੋੜ੍ਹੇ ਬਹੁਤ ਸ਼ਸਤਰਾਂ ਦੀ ਵੀ ਗੱਲ ਕਰਦੇ ਆ ਵੀ ਉੱਥੇ ਸਿੰਘਾਂ ਕੋਲ ਸੀ। ਇਸ ਵਕਤ ਤਾਂ ਉਹ ਵੀ ਨਹੀਂ ਸੀ। ਤੇ ਉਹਦੇ 'ਚ ਵੀ ਸਾਰੀ ਦੁਨੀਆ ਨੇ ਇਹ ਗੱਲ ਸਪਸ਼ਟ ਕੀਤੀ ਹੈ। ਇੱਥੋਂ ਤੱਕ ਕਿ ਜਿਹੜੇ ਹਿੰਦੁਸਤਾਨ ਦੇ ਵੀ ਬੜੇ ਮੰਨੇ ਪ੍ਰਮੰਨੇ ਬੰਦੇ ਆ, ਉਹਨਾਂ ਦੀ ਇੱਕ ਟੀਮ ਬਣਾਈ ਗਈ ਸੀ, ਜਿਹਦੇ 'ਚ ਜਨਰਲ ਜਗਜੀਤ ਸਿੰਘ ਅਰੋੜਾ, 에ਅਰ ਚੀਫ ਮਾਰਸ਼ਲ ਅਰਜਨ ਸਿੰਘ ਤੇ ਕੁਲਦੀਪ ਨਈਅਰ ਜਰਨਲਿਸਟ ਤੇ ਆਈ.ਕੇ. ਗੁਜਰਾਲ ਜਿਹੜੇ ਬਾਅਦ 'ਚ ਪ੍ਰਾਈਮ ਮਿਨਿਸਟਰ ਵੀ ਬਣੇ ਆ। ਇਹਨਾਂ ਦੀ ਟੀਮ ਤੇ ਜਿਹੜੀ ਸੀਗੀ, ਇਹਨੇ ਵੀ ਬੜਾ ਕਲੀਅਰਲੀ ਕਹਿਤਾ ਸੀ ਕਿ ਦਰਬਾਰ ਸਾਹਿਬ ਤੇ 1984 ਵਿੱਚ ਵੀ ਹਮਲਾ ਕਰਨਾ ਜਾਇਜ਼ ਨਹੀਂ ਸੀ। ਸੋ 55 ਦੇ ਵਿੱਚ ਤਾਂ ਹਮਲਾ ਕਿਸੇ ਤਰੀਕੇ ਨਾਲ ਵੀ ਬਣਦਾ ਨਹੀਂ ਸੀ। ਤੇ ਵੱਡੀ ਗੱਲ ਇਹ ਹੈ ਕਿ ਜਿਹੜੇ ਉਸ ਵਕਤ ਦੇ ਹਾਕਮ ਸੀ, ਉਹ ਫੜਾ ਮਾਰਨੋਂ ਨਹੀਂ ਸੀ ਥੱਕਦੇ ਕਿ ਅਸੀਂ ਜੋ ਸਾਡੀ ਆਜ਼ਾਦੀ ਹੈ ਇਹ ਇੱਕ ਸ਼ਾਂਤੀਪੂਰਵਕ ਅੰਦੋਲਨ ਕਰਕੇ ਉਸ ਦੇ ਨਾਲ ਲਈ ਹੈ। ਤੇ ਉਹੀ ਜਿਹੜੇ ਹਾਕਮ ਨੇ, ਇਹ 8 ਸਾਲਾਂ ਬਾਅਦ ਇਹ ਭੁੱਲ ਗਏ ਕਿ ਸ਼ਾਂਤਮਈ ਅੰਦੋਲਨ ਨੂੰ ਅਸੀਂ ਕਿਸ ਤਰ੍ਹਾਂ ਟਰੀਟ ਕਰਨਾ ਹੈ। ਉਹ ਇੱਕ ਜਿਹੜਾ ਪੰਜਾਬੀ ਸੂਬੇ ਲਈ ਇੱਕ ਜਾਇਜ਼ ਤੇ ਸ਼ਾਂਤੀਪੂਰਵਕ ਅੰਦੋਲਨ ਸੀ, ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਇੰਨੀ ਵੱਡੀ ਵਾਇਲੈਂਸ ਕੀਤੀ। ਸਿੱਖੀ ਦਾ ਜਿਹੜਾ ਧੁਰਾ ਹੈ, ਸਾਡਾ ਮੇਨ ਜਿਹੜਾ ਰਿਲੀਜੀਅਸ ਹੈੱਡਕੁਆਟਰ ਹੈ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਉਹਦੇ ਉੱਤੇ ਹਮਲਾ ਕਰਤਾ। 200 ਬੰਦਿਆਂ ਨੂੰ ਉੱਥੇ ਸ਼ਹੀਦ ਕਰਤਾ, 3000 ਬੰਦਿਆਂ ਨੂੰ ਉੱਥੇ ਅਰੈਸਟ ਕੀਤਾ। ਇਹ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਉਹ ਸ਼ਾਂਤੀ ਦੇ ਪੁਜਾਰੀ ਆਪਣੇ ਆਪ ਨੂੰ ਕਹਾਉਣ ਵਾਲੇ ਉਹ ਕਿਸ ਤਰੀਕੇ ਕਰ ਰਹੇ ਆ। ਹਾਂ, ਜੇ ਅਸੀਂ ਦੂਜੇ ਪਾਸੇ ਦੇਖਦੇ ਹਾਂ, ਜਿਵੇਂ ਸੰਧੂ ਸਾਹਿਬ ਨੇ ਵੀ ਪਹਿਲਾਂ ਗੱਲ ਕੀਤੀ ਹੈ ਕਿ ਇਹਨਾਂ ਦਾ ਮਕਸਦ ਸਿੱਖਾਂ ਨੂੰ ਦਬਾਉਣਾ ਸੀ, ਉਹਨਾਂ ਨੂੰ ਦਿਖਾਉਣਾ ਸੀ ਕਿ ਜੋ ਤੁਸੀਂ ਸਮਝਦੇ ਹੋ ਕਿ ਤੁਹਾਡੇ ਨਾਲ ਪਹਿਲਾਂ ਵਾਅਦੇ ਕੀਤੇ ਗਏ ਆ ਅਸੀਂ ਉਹ ਪੂਰੇ ਕਰਾਂਗੇ, ਉਸ ਤੋਂ ਮੁੱਕਰ ਕੇ ਦਿਖਾਉਣਾ ਤੇ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਆਉਣ ਵਾਲਾ ਜੋ ਸਮਾਂ ਹੈ ਉਹਦੇ ਵਿੱਚ ਕੀ ਸਥਾਨ ਦੇਣ ਦੀ ਉਹ ਸੋਚ ਰੱਖਦੇ ਆ, ਉਹ ਦਰਸਾਉਣਾ ਹੈ। ਫਿਰ ਇਹ ਹਮਲਾ ਬਿਲਕੁਲ ਜਾਇਜ਼ ਸੀ। ਉਹਨਾਂ ਦੀ ਲਾਈਨ ਤੋਂ ਜੇ ਦੇਖਿਆ ਜਾਵੇ ਤਾਂ ਉਹਨਾਂ ਕੋਲ ਫਿਰ ਇਹੀ ਤਰੀਕਾ ਸੀਗਾ ਜਿਹਦੇ ਨਾਲ ਉਹ ਸਿੱਖਾਂ ਨੂੰ ਦਿਖਾ ਸਕਦੇ ਸੀਗੇ ਕਿ ਅਸੀਂ ਤੁਹਾਡੇ ਨਾਲ ਅੱਗੇ ਜਾਣ ਦੇ ਵਿੱਚ ਕੀ ਕਰਦੇ ਹਾਂ। ਬਾਕੀ ਹਰ ਪੱਖੋਂ ਜੇ ਦੇਖੀਏ ਇਹ ਬਿਲਕੁਲ ਵੀ ਜ਼ਰੂਰੀ ਨਹੀਂ ਸੀ ਜੀ। ਤੇ ਸੰਧੂ ਸਾਹਿਬ, ਹੁਣ ਤੁਸੀਂ ਥੋੜਾ ਜਿਹਾ ਹੋਰ ਸਾਨੂੰ ਅੱਗੋਂ ਦੱਸੋ ਵੀ ਜਿਵੇਂ ਕਿ ਇਹ ਜਿਹੜਾ 1955 ਵਾਲਾ ਇਹ ਦਰਬਾਰ ਸਾਹਿਬ ਦੇ ਉੱਪਰ ਹਮਲਾ ਸੀ, ਉਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਉੱਤੇ ਮਤਲਬ ਹਮਲੇ ਹੁੰਦੇ ਰਹੇ ਜਾਂ ਕਿਸ ਤਰ੍ਹਾਂ ਦਾ ਕੀ ਹਿਸਟਰੀ ਰਹੀ ਹੈ? ਹਾਂਜੀ, ਇਹ ਮੁਗਲ ਕਾਲ ਦੇ ਵਿੱਚ ਜਦੋਂ ਸਿੱਖੀ ਪ੍ਰਫੁੱਲਤ ਵੀ ਹੋਈ ਹੈ ਔਰ ਇਹਨੂੰ ਸਨਾਬ ਕਰਨ ਲਈ, ਦਬਾਉਣ ਲਈ ਵਕਤ ਹਮਲੇ ਹੁੰਦੇ ਰਹੇ ਆ। ਮੁਗਲ ਕਾਲ ਦੇ ਵਿੱਚ ਕਰੀਬ 5 ਹਮਲੇ ਹੋਏ ਆ ਜੀ ਇਹਨਾਂ ਤੇ ਜਿਹੜਾ ਕਿ ਪਹਿਲਾ ਸੀਗਾ ਉਹ 1738 ਦੇ ਵਿੱਚ ਜ਼ਕਰੀਆ ਖਾਨ ਨੇ ਇਹਦੇ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਕਿਉਂਕਿ ਉਹਨਾਂ ਦਾ ਵੀ ਇਹੀ ਮੰਨਣਾ ਸੀਗਾ ਕਿ ਜਿਹੜੇ ਸਿੱਖ ਹੈ ਉਹ ਆਪਣੀ ਸਪਿਰਿਟ ਤੇ ਪਾਵਰ ਜਿਹੜੇ ਆ ਇਹ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਤੋਂ ਲੈਂਦੇ ਆ ਜੀ। ਔਰ ਉਸ ਕਰਕੇ ਉਹਨਾਂ ਦਾ ਜਿਹੜਾ ਇਹ ਕੇਂਦਰ ਜਿਹੜਾ ਸੀ ਦਬਾਉਣ ਲਈ, ਇਹਦੇ ਤੇ ਮੈਸੇਜ ਦੇਣ ਲਈ ਇਹੀ ਚੁਣਿਆ ਜਾਂਦਾ ਸੀਗਾ। ਤੇ ਉਸ ਵੇਲੇ ਫਿਰ ਜਿਹੜਾ ਮੱਸਾ ਰੰਗੜ ਸੀ ਉਹ ਅੰਮ੍ਰਿਤਸਰ ਦਾ ਇੰਚਾਰਜ ਬਣਾਇਆ ਗਿਆ। ਉਹਨੇ ਇੱਥੇ ਕਾਫੀ ਜਿਹੜੀਆਂ ਕੁਰਾਤਾਂ ਹੋਰ ਜਿਹੜੀਆਂ ਵਗਿਆਵਾਂ ਕੀਤੀਆਂ, ਜਿਹਦੇ ਤੋਂ ਤੰਗ ਆ ਕੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ 1740 'ਚ ਉਹਦਾ ਸਿਰ ਵੱਢ ਕੇ ਉਹ ਰਾਜਸਥਾਨ ਲੈ ਗਏ ਸੀਗੇ। ਤੇ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਫਿਰ 1746 ਦੇ ਵਿੱਚ ਉਹ ਜਈਆ ਖਾਂ, ਜਿਹੜਾ ਇੱਕ 2 ਭਰਾ ਸੀਗੇ, ਲਖਪਤ ਰਾਏ ਤੇ ਜਸਪਤ ਰਾਏ, ਉਹ ਜਸਪਤ ਰਾਏ ਦੀ ਮੌਤ ਕਰਕੇ ਲਖਪਤ ਰਾਏ ਦੀ ਮੌਤ ਕਰਕੇ ਜਸਪਤ ਰਾਏ ਨੇ ਬਦਲਾ ਲੈਣ ਲਈ ਜਈਆ ਖਾਨ ਨੂੰ ਉਕਸਾ ਕੇ ਇੱਥੇ ਲੈ ਕੇ ਆਂਦਾ, ਜਿਹੜਾ ਕਿ ਦਰਬਾਰ ਸਾਹਿਬ ਦਾ ਬਹੁਤ ਨੁਕਸਾਨ ਹੋਇਆ। ਤੇ ਉਸ ਤੋਂ ਉਪਰੰਤ ਇਹ ਛੋਟੇ ਘੱਲੂਘਾਰੇ ਦੇ ਵਿੱਚ ਵੀ ਇਹ ਵਰਤਾਰਾ ਵਰਤਿਆ। ਤੇ ਉਸ ਤੋਂ ਬਾਅਦ ਇਹ 1757 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ। ਉਹਨੇ ਇੱਥੇ ਦਰਬਾਰ ਸਾਹਿਬ 'ਚ ਬਹੁਤ ਕੁਰਾਤਾਂ ਕੀਤੀਆਂ, ਦਰਬਾਰ ਸਾਹਿਬ ਨੂੰ ਉਡਾਇਆ ਔਰ ਜਿਹੜਾ ਇੱਥੋਂ ਤੱਕ ਕਿ ਜਿਹੜਾ ਸਰੋਵਰ ਸੀਗਾ ਉਹ ਮਰੇ ਜਾਨਵਰਾਂ, ਕੂੜੇ ਕਰਕਟ ਨਾਲ ਭਰ ਦਿੱਤਾ। ਪਰ ਸਿੱਖ ਜਿਹੜੇ ਹੈ ਉਹ ਕਦੇ ਹੌਸਲਾ ਨਾ ਹਾਰਨ ਵਾਲੀ ਕੌਮ ਦੇ ਹੁੰਦੇ ਹੋਏ ਉਸੇ ਸਾਲ ਹੀ ਇਹਨਾਂ ਨੇ ਨਵੰਬਰ ਦੇ ਵਿੱਚ ਇਹਦੇ ਤੇ ਫਿਰ ਕਬਜ਼ਾ ਕਰ ਲਿਆ। ਉਸ ਕਬਜ਼ਾ ਕਰਨ ਦੇ ਦੌਰਾਨ ਜਿਹੜੀ ਹੈ ਸਾਡੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਦੀ ਸ਼ਹਾਦਤ ਹੁੰਦੀ ਹੈ। ਤੇ ਇਹਨਾਂ ਨੇ ਉਹਨਾਂ ਫੌਜੀਆਂ ਤੋਂ ਜਿਹੜੇ ਅਬਦਾਲੀ ਦੇ ਫੌਜੀ ਫੜੇ ਸੀ, ਉਹਨਾਂ ਤੋਂ ਹੀ ਸਰੋਵਰ ਸਾਫ਼ ਕਰਵਾਇਆ ਤੇ ਇਹਨੂੰ ਆਬਾਦ ਕੀਤਾ। ਤੇ ਉਸ ਤੋਂ ਬਾਅਦ ਇਹ 1762 'ਚ ਜਦੋਂ ਵੱਡਾ ਘੱਲੂਘਾਰਾ ਹੁੰਦਾ,
ਉੱਥੋਂ ਆ ਕੇ ਅਬਦਾਲੀ ਨੇ ਫਿਰ ਇਹ ਤੋਪਾਂ ਦੇ ਨਾਲ ਹਰਿਮੰਦਰ ਸਾਹਿਬ ਤੇ ਫਿਰ ਅਟੈਕ ਕੀਤਾ ਔਰ ਉਹਦੇ 'ਚ ਬਹੁਤ ਨੁਕਸਾਨ ਹੋਇਆ। ਤੇ ਇਸ ਤਰੀਕੇ ਫਿਰ ਉਹ 2 ਸਾਲ ਬਾਅਦ ਫਿਰ ਇਹਦੇ ਤੇ ਦੁਬਾਰਾ ਇਹ ਚੜ੍ਹਾਈ ਉਹਨੇ ਕੀਤੀ, 30,000 ਫੌਜੀ ਲੈ ਕੇ ਆਇਆ, ਜਿਹਦੇ 'ਚ ਇੱਥੇ ਕੁੱਲ 30 ਸਿੱਖ ਸੀਗੇ ਜਿਨ੍ਹਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ, ਆਪਣਾ ਬਣਦਾ ਜਿਹੜਾ ਹੈਗਾ ਰੈਜ਼ਿਸਟੈਂਸ ਕੀਤੀ। ਤੇ ਬਾਬਾ ਜਥੇਦਾਰ ਬਾਬਾ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਸ਼ਹਾਦਤਾਂ ਦੇ ਜਾਮ ਕੀਤੇ। ਇਹ ਇਤਿਹਾਸ ਜਿਹੜਾ ਮੁਗਲ ਕਾਲ ਵੇਲੇ, ਫਿਰ ਉਸ ਤੋਂ ਬਾਅਦ ਸਿੱਖ ਰਾਜ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ 47 ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਮਤਲਬ ਇਹ ਮੁਗਲ ਕਾਲ ਤੋਂ ਹੁਣ ਤੱਕ ਇਹੀ ਇਹਦੇ ਵਿੱਚ ਨਿਕਲਦਾ ਕਿ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਉਹਨਾਂ ਦਾ ਦਰਬਾਰ ਸਾਹਿਬ ਲਈ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਇਹੋ ਜਿਹੇ ਹਮਲੇ ਹੁੰਦੇ ਰਹੇ ਹੈ। ਤੇ ਗਰੇਵਾਲ ਸਾਹਿਬ, ਹੁਣ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ ਇਹ ਕੀ ਕਾਰਨ ਹੈ ਵੀ ਜਿਹੜੀ ਵੀ ਮੌਕੇ ਦੀ ਸਰਕਾਰ ਹੈ ਵੀ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦੀ ਹੈ? ਇਹ ਮਤਲਬ ਕੀ ਚੀਜ਼ ਕੀ ਹੈ, ਕਿਉਂ? ਉਹ ਜਿਹੜਾ ਅਸੀਂ ਦੇਖਦੇ ਹਾਂ ਕਿ ਸ਼ੁਰੂ ਤੋਂ ਹੀ ਅਲੱਗ-ਅਲੱਗ ਸਰਕਾਰਾਂ ਵੱਲੋਂ, ਮੌਕੇ ਦੀਆਂ ਸਰਕਾਰਾਂ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੁੰਦੇ ਰਹੇ ਆ। ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ 2 ਚੀਜ਼ਾਂ ਪਹਿਲਾਂ ਸਮਝਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ। ਇੱਕ ਤਾਂ ਜੋ ਅਕਾਲ ਤਖ਼ਤ ਸਾਹਿਬ ਦਾ ਕਨਸੈਪਟ ਹੈ ਉਹ ਸਾਨੂੰ ਸਮਝਣ ਦੀ ਲੋੜ ਹੈ। ਦੂਸਰਾ ਹੈਗਾ ਜਿਹੜੀ ਸਿੱਖ ਸਾਈਕੀ ਹੈ, ਮਾਨਸਿਕਤਾ ਜਿਹੜੀ ਸਿੱਖਾਂ ਦੀ, ਉਹਨੂੰ ਵੀ ਸਮਝਣਾ ਪੈਣਾ ਹੈ। ਕਿਉਂਕਿ ਇਸ ਇਲਾਕੇ ਦੇ ਵਿੱਚ ਅਸੀਂ ਦੇਖੀਏ ਕਿ 2 ਮੁਲਕਾਂ ਦੇ ਤਖ਼ਤ ਉਸ ਵਕਤ ਕੰਮ ਕਰਦੇ ਸੀ। ਇੱਕ ਭਾਰਤ ਦਾ ਤਖ਼ਤ ਜੋ ਦਿੱਲੀ ਹੈ, ਦੂਜੇ ਪਾਸੇ ਅਫਗਾਨਿਸਤਾਨ ਦਾ ਤਖ਼ਤ ਜੋ ਕਾਬਲ ਹੈ। ਕਦੇ ਕੋਈ ਭਾਰੂ ਹੋ ਜਾਂਦਾ ਸੀ, ਕਦੇ ਕੋਈ ਭਾਰੂ ਹੋ ਜਾਂਦਾ ਸੀ। ਤੇ ਇਹਨਾਂ ਦੋਹਾਂ ਤਖ਼ਤਾਂ ਦੇ ਵਿਚਾਲੇ ਇੱਕ ਹੋਰ ਤਖ਼ਤ ਬਣ ਗਿਆ, ਉਹ ਤਖ਼ਤ ਹੈਗਾ ਅਕਾਲ ਤਖ਼ਤ। ਹੁਣ ਜੇ ਅਸੀਂ ਦੂਜੇ ਤਖ਼ਤਾਂ ਦੀ ਗੱਲ ਕਰਦੇ ਹਾਂ, ਜਿਹੜੇ ਅਲੱਗ-ਅਲੱਗ ਰਾਜਾਂ ਦੇ ਤਖ਼ਤ ਨੇ, ਉਹ ਜਿਹੜੇ ਤਖ਼ਤ ਨੇ ਮੁਲਕਾਂ ਦੇ ਤਖ਼ਤ, ਉਹ ਆਧਾਰਿਤ ਹੁੰਦੇ ਆ ਸਿਆਸਤ ਤੇ ਸਿਆਸਤ ਚੱਲਦੀ ਹੈ ਹਮੇਸ਼ਾ ਝੂਠ ਦੇ ਨਾਲ। ਤੇ ਦੂਜੇ ਪਾਸੇ ਜਿਹੜਾ ਅਕਾਲ ਤਖ਼ਤ ਹੈ ਉਹ ਅਕਾਲ ਦਾ ਤਖ਼ਤ ਹੈ, ਪਰਮਾਤਮਾ ਦਾ ਤਖ਼ਤ ਹੈ। ਤੇ ਉਸ ਤੋਂ ਜਿਹੜੀ ਆਵਾਜ਼ ਨਿਕਲਣੀ ਹੈ ਉਹ ਹਮੇਸ਼ਾ ਹੀ ਸੱਚ ਤੇ ਆਧਾਰਿਤ ਹੁੰਦੀ ਹੈ। ਇਸ ਲਈ ਦੋਹੇ ਕਿਸਮ ਦੇ ਜਿਹੜੇ ਤਖ਼ਤ ਨੇ, ਅਕਾਲ ਤਖ਼ਤ ਤੇ ਜਿਹੜੇ ਦੁਨਿਆਵੀ ਤਖ਼ਤ ਨੇ, ਇਹਨਾਂ 'ਚ ਇੱਕ ਸੁਰਤਾ ਕਦੇ ਵੀ ਨਹੀਂ ਹੋ ਸਕਦੀ। ਤੇ ਦੂਸਰੀ ਗੱਲ ਹੈ ਜਿਹੜੀ, ਉਹ ਇਸ ਇਲਾਕੇ ਦੇ ਜਿਹੜੇ ਪੁਰਾਣੇ ਵਸਨੀਕ ਚੱਲੇ ਆ ਰਹੇ ਨੇ ਪਰੰਪਰਾਗਤ, ਉਹ ਗੁਲਾਮੀ ਸਹਿਣ ਦੇ ਆਦੀ ਹੋ ਚੁੱਕੇ ਸੀ ਜੀ। ਤੇ ਦੂਜੇ ਪਾਸੇ ਜਿਹੜੇ ਸਿੱਖ ਨੇ, ਕਿਉਂਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਤੁਰਦੇ ਆ, ਉਹ ਗੁਲਾਮੀ ਬਿਲਕੁਲ ਹੀ ਬਰਦਾਸ਼ਤ ਨਹੀਂ ਸੀ ਕਰ ਸਕਦੇ। ਹੱਕ ਸੱਚ ਲਈ ਲੜਨਾ ਉਹਨਾਂ ਦਾ ਧਰਮ ਹੈ ਸਿੱਖਾਂ ਦਾ। ਉਸੇ ਤਰੀਕੇ ਜਿਹੜੀ ਕੋਈ ਮਨੁੱਖੀ ਹੱਕਾਂ ਦੀ ਉਲੰਘਣਾ ਹੈ, ਕੋਈ ਜ਼ੁਲਮ ਹੈ, ਕੋਈ ਜ਼ਬਰ ਹੈ, ਉਹਦੇ ਖਿਲਾਫ ਲੜਨਾ ਉਹ ਵੀ ਸਿੱਖਾਂ ਦਾ ਧਰਮ ਹੈ। ਤੇ ਇਸ ਲਈ ਜਿਹੜੇ ਵੀ ਰਾਜ ਇੱਥੇ ਆਉਂਦੇ ਸੀ ਉਹ ਇਸ ਦੇ ਨਾਲ ਟਕਰਾ ਆ ਜਾਂਦਾ ਸੀ, ਚਾਹੇ ਉਹ ਮੁਗਲਾਂ ਵੇਲੇ ਸੀ, ਚਾਹੇ ਉੱਧਰ ਉਹ ਅਫਗਾਨਿਸਤਾਨ ਵਾਲਿਆਂ ਨਾਲ ਸੀ, ਚਾਹੇ ਉਹ ਹੁਣ ਦਾ ਸਮਾਂ ਹੈ। ਹੁਣ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ, ਉਹੀ ਲੋਕ ਜਿਹੜੇ ਪਹਿਲੇ ਜ਼ਮਾਨੇ ਵਿੱਚ ਉਹਨਾਂ ਦੇ ਸਾਹਮਣੇ ਮੂਧੇ ਪੈ ਜਾਂਦੇ ਸੀ, ਉਹ ਇੰਦਰਾ ਗਾਂਧੀ ਦੇ ਵੀ ਪੂਰੇ ਚੇਲੇ ਬਣ ਗਏ। ਹੁਣ ਦੇ ਸਮੇਂ 'ਚ ਉਹ ਸਾਰੇ ਮੋਦੀ ਦੇ ਵੀ ਭਗਤ ਬਣ ਗਏ। ਪਰ ਸਿੱਖ ਉਦੋਂ ਵੀ ਜ਼ੁਲਮ ਦੇ ਖਿਲਾਫ ਲੜਦੇ ਰਹੇ। ਇੰਡੀਆ ਆਜ਼ਾਦ ਹੋਣ ਤੋਂ ਬਾਅਦ ਵੀ ਉਹਨਾਂ ਨੇ ਜ਼ੁਲਮ ਦੇ ਖਿਲਾਫ, ਜ਼ਬਰ ਦੇ ਖਿਲਾਫ, ਹੱਕ ਸੱਚ ਦੇ ਲਈ ਲੜਨਾ ਨਹੀਂ ਛੱਡਿਆ। ਉਹੀ ਕਾਰਨ ਬਣਦਾ ਰਿਹਾ ਕਿ ਉਦੋਂ ਵੀ ਜੋ ਸਿੱਖਾਂ ਦਾ ਮੇਨ ਧੁਰਾ ਹੈ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ, ਉਹਦੇ ਉੱਪਰ ਹਮਲਾ ਹੁੰਦਾ ਰਿਹਾ। ਇੰਡੀਆ ਦੇ ਆਜ਼ਾਦ ਹੋਣ ਤੋਂ ਬਾਅਦ 47 ਤੋਂ ਬਾਅਦ ਵੀ ਉਹ ਸਿਲਸਿਲਾ ਉਸੇ ਤਰੀਕੇ ਹੀ ਜਾਰੀ ਰਿਹਾ। ਤੇ ਨਾਲ ਇਹ ਵੀ ਗੱਲ ਇੱਕ ਸਾਨੂੰ ਸਮਝਣ ਦੀ ਲੋੜ ਹੈ ਵੀ ਜੇ ਸਿੱਖਾਂ ਨੇ ਆਪਣਾ ਇਹ ਜਿਹੜਾ ਸਿਸਟਮ ਹੈ ਹੱਕ ਸੱਚ ਲਈ ਲੜਨਾ, ਜ਼ੁਲਮ ਦੇ ਖਿਲਾਫ ਟਕਰਾਉਣਾ, ਉਦੋਂ ਨਹੀਂ ਛੱਡਿਆ, ਹੁਣ ਵੀ ਨਹੀਂ ਛੱਡਣਾ। ਇਹ ਇਸੇ ਤਰੀਕੇ ਚੱਲਦਾ ਰਹਿਣਾ ਜਦ ਤੱਕ ਇੱਥੇ ਕੋਈ ਉਸ ਤਰੀਕੇ ਦਾ ਰਾਜ ਸਥਾਪਿਤ ਨਹੀਂ ਹੁੰਦਾ, ਉਸ ਤਰੀਕੇ ਦਾ ਤਖ਼ਤ ਨਹੀਂ ਆ ਜਾਂਦਾ ਜੋ ਅਕਾਲ ਤਖ਼ਤ ਸਾਹਿਬ ਦੇ ਨਾਲ ਇੱਕ ਸੁਰ ਹੋ ਕੇ ਉਸੇ ਢੰਗ ਦੇ ਨਾਲ ਚੱਲ ਸਕਦਾ ਹੋਵੇ। ਨਹੀਂ, ਬਿਲਕੁਲ ਠੀਕ ਹੈ। ਸਿੱਖਾਂ ਨੂੰ ਇਹ ਸਿੱਖੀ ਉਹਨਾਂ ਦੀ ਵਿਰਾਸਤ 'ਚ ਮਿਲੀ ਹੈ ਤੇ ਉਹ ਇੱਕ ਜੁਡੀਸ਼ੀਅਸ ਜਿਹੜਾ ਇੱਕ ਉਹਨਾਂ ਦਾ ਥਿੰਕਿੰਗ ਪੈਟਰਨ ਮਤਲਬ ਉੱਦਾਂ ਦਾ ਬਣਿਆ ਹੋਇਆ। ਮੈਂ ਇਹੀ ਸੋਚ ਰਹੀ ਸੀ, ਮੈਂ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਹੈ ਸਿੱਖਾਂ ਨੂੰ ਇੱਥੇ ਹੀ ਆਉਂਦੀ ਹੈ। ਜਿਵੇਂ ਬਹੁਤ ਬਾਹਰ ਫੋਰਨ ਕੰਟਰੀਜ਼ ਦੇ ਵਿੱਚ, ਕੈਨੇਡਾ, ਅਮਰੀਕਾ, UK, ਉੱਥੇ ਸਿੱਖਾਂ ਨੂੰ ਰਿਕੋਗਨੀਸ਼ਨ ਮਿਲੀ ਹੋਈ ਹੈ ਤੇ ਉੱਥੇ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਹੁੰਦੀ ਹੈ ਤੇ ਉੱਥੇ ਸਿੱਖ ਜਿਹੜੇ ਆ ਉਹ ਸਰਕਾਰਾਂ ਦੇ ਲਈ ਸਪੋਰਟਿਵ ਵੀ ਹੈਗੇ ਆ, ਹੈ ਨਾ। ਸੋ ਤੁਹਾਡੇ ਤੋਂ ਗਰੇਵਾਲ ਸਾਹਿਬ, ਸੰਧੂ ਸਾਹਿਬ, ਬਹੁਤ ਜਾਣਕਾਰੀ ਮਿਲੀ। ਇਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਸੀਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।